ਪਾਠ 12 ਧੁੱਪਾਂ ਪ੍ਰਗਟ ਹੋਈਆਂ। ਧੁੱਪਾਂ ਪ੍ਰਗਟ ਹੋਈਆਂ ਕਾਂਡ ਵਿੱਚ ਲੇਖਕ ਨੇ ਆਪਣੇ ਜੀਵਨ ਵਿੱਚ ਆਏ ਖੁਸ਼ਹਾਲੀ ਭਰੇ ਸਮੇਂ ਦਾ ਉਲੇਖ ਕੀਤਾ ਹੈ। ਜਦੋਂ ਕਿ ਉਸ ਕੋਲ ਪੈਸੇ ਵੀ ਆਉਣ ਲੱਗ ਪਏ, ਉਹ 3 ਪਲਾਟਾਂ ਦਾ ਮਾਲਕ ਵੀ ਬਣ ਗਿਆ। ਉਸਨੇ ਆਪਣੀ MA ਦੀ ਡਿਵੀਜ਼ਨ ਵੀ ਇੰਪਰੂਵ ਕਰ ਲਈ, 2 ਕਾਲਜਾਂ ਵਿੱਚ ਪਾਰਟ ਟਾਈਮ ਲੈਕਚਰਰ ਲੱਗ ਗਿਆ ਤੇ ਆਪਣਾ ਮਕਾਨ ਬਣਾਉਣ ਲੱਗ ਗਿਆ। ਪੰਜਾਬ ਤੋਂ ਵਾਪਸ ਆ ਕੇ ਲੇਖਕ ਨੇ ਆਪਣੇ ਅੰਦਰ ਇੱਕ ਨਵੀਂ ਸ਼ਕਤੀ ਮਹਿਸੂਸ ਕੀਤੀ। ਉਹ ਬਹੁਤ ਚਾਅ ਨਾਲ ਇੱਕ ਕੁੜੀ ਨੂੰ ਪੜ੍ਹਾਉਣ ਲੱਗਾ, ਜਿਹੜੀ ਉਸ ਲਈ ਬੜਾ ਪਿਆਰਾ ਸ਼ਗਨ ਬਣ ਕੇ ਆਈ ਸੀ। ਉਸਦੇ ਕਦਮਾਂ ਹੇਠਲੀ ਧਰਤੀ ਰੁਪਏ ਉਗਲਣ ਲੱਗ ਪਈ ਸੀ। ਉਹ ਕੁੜੀ ਕਿਸੇ ਪ੍ਰਾਈਵੇਟ ਇੰਸਟੀਟਿਊਸ਼ਨ ਵਿੱਚ ਪੜ੍ਹਦੀ ਸੀ, ਜਿੱਥੇ BA ਨੂੰ ਪੰਜਾਬੀ ਪੜ੍ਹਾਉਣ ਵਾਸਤੇ 10ਵੀਂ ਜਾਂ ਵੱਧ ਤੋਂ ਵੱਧ ਗਿਆਨੀ ਰੱਖੇ ਹੁੰਦੇ ਸਨ। ਕੁੜੀ ਵਿਚਲੀ ਗਿਆਨ ਦੀ ਅਤ੍ਰਿਪਤ ਭੁੱਖ, ਪੜ੍ਹਨ ਤੇ ਜਾਣਨ ਦਾ ਸ਼ੌਂਕ ਉਸ ਨੂੰ ਲੇਖਕ ਦੇ ਕੋਲ ਖਿੱਚ ਲਿਆਏ। ਲੇਖਕ ਬੜੀ ਰੀਝ ਨਾਲ ਮਿਹਨਤ ਕਰਕੇ ਉਸਨੂੰ ਪੜ੍ਹਾਉਂਦਾ। ਉਸਨੂੰ ਪੜ੍ਹਨ ਵਿੱਚ ਅਨੋਖਾ ਸਵਾਦ ਆਉਣ ਲੱਗਾ ਤੇ ਉਹ ਲੇਖਕ ਨੂੰ ਉਡੀਕਦੀ ਰਹਿੰਦੀ। ਉਹ ਕੁੜੀ ਬਹੁਤ ਸੁੰਦਰ ਸੀ, ਪਰ ਉਸਦੇ ਸਰੀਰ ਵਿੱਚ ਭਰ ਜਵਾਨੀ ਵਾਲੀ ਲਚਕ ਨਹੀਂ ਸੀ। ਉਹ ਬੇਮਤਲਬ ਗੱਲ ਨਹੀਂ ਸੀ ਕਰਦੀ। ਲੇਖਕ ਜਾਂਦਿਆਂ ਹੀ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਤੇ ਕੰਮ ਮੁਕਾ ਕੇ ਉੱਠ ਖੜਾ ਹੁੰਦਾ। ਲੇਖਕ ਜਦੋਂ ਚੌਥੇ ਦਿਨ ਪੜ੍ਹਾਉਣ ਗਿਆ ਤਾਂ ਉਹ ਦੇਖ ਕੇ ਹੱਸ ਪਈ ਤੇ ਪੁੱਛਣ ਲੱਗੀ ਕਿ ਕੀ ਉਹ ਕੋਈ ਹੋਰ ਕੰਮ ਵੀ ਕਰਦਾ ਹੈ ਜਾਂ ਨਹੀਂ। ਲੇਖਕ ਉਸ ਉੱਪਰ ਆਪਣੇ ਵਿਹਲੇ ਤੇ ਬੇਰੁਜ਼ਗਾਰ ਹੋਣ ਦਾ ਪ੍ਰਭਾਵ ਨਹੀਂ ਸੀ ਪਾਉਣਾ ਚਾਹੁੰਦਾ। ਉਸਨੇ ਕਿਹਾ ਕਿ ਉਹ ਖੋਜ ਵਿੱਚ ਰੁੱਝਾ ਹੋਇਆ ਹੈ ਤੇ ਉਹ ਕੋਈ ਕੰਮ ਵੀ ਕਰਨਾ ਚਾਹੁੰਦਾ ਹੈ, ਪਰ ਉਹ ਉਹੀ ਕੰਮ ਕਰੇਗਾ ਜੋ ਉਸਦੇ ਮਤਲਬ ਦਾ ਹੋਵੇਗਾ। ਗੱਲ ਇਸ ਤਰ੍ਹਾਂ ਹੋਈ ਕਿ ਕੁੜੀ ਨੂੰ ਆਪਣੇ ਕਾਲਜ ਦੇ ਗਿਆਨੀ ਤੇ ਲੇਖਕ ਦੇ ਪੜ੍ਹਾਉਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਲੱਗਾ। ਉਹ ਸੋਚਣ ਲੱਗੀ ਕਿ ਜੇ ਇਹ ਚੰਗਾ ਪੜ੍ਹਾ ਸਕਦਾ ਹੈ ਤਾਂ ਕੋਈ ਹੋਰ ਇਸ ਤੋਂ ਵੀ ਚੰਗਾ ਪੜ੍ਹਾਉਣ ਵਾਲਾ ਹੋ ਸਕਦਾ ਹੈ। ਇਸ ਲਈ 2 ਦਿਨ ਉਹ ਕਈ ਪ੍ਰਾਈਵੇਟ ਕਾਲਜਾਂ ਵਿੱਚ ਫਿਰਦੀ ਰਹੀ। ਅਖੀਰ ਕਰੋਲ ਬਾਗ ND ਕਾਲਜ ਵਿੱਚ ਗਈ। ਉੱਥੇ ਜਿਹੜਾ ਬੰਦਾ ਪੰਜਾਬੀ ਪੜ੍ਹਾਉਂਦਾ ਸੀ, ਉਹ ਕੁਝ ਦਿਨ ਪਹਿਲਾਂ ਛੱਡ ਕੇ ਚਲਾ ਗਿਆ ਸੀ। ਕੁੜੀ ਨੂੰ ਕਾਲਜ ਪਸੰਦ ਆ ਗਿਆ। ਉਸਨੇ ਪ੍ਰਿੰਸੀਪਲ ਅੱਗੇ ਲੇਖਕ ਦਾ ਜ਼ਿਕਰ ਅਜਿਹੇ ਪ੍ਰਸ਼ੰਸਾ ਭਰੇ ਸ਼ਬਦਾਂ ਨਾਲ ਕੀਤਾ ਕਿ ਪ੍ਰਿੰਸੀਪਲ ਨੇ ਲੇਖਕ ਨੂੰ ਮਿਲਣਾ ਚਾਹਿਆ। ਕੁੜੀ ਦੇ ਕਹਿਣ ਤੇ ਅਗਲੇ ਦਿਨ ਲੇਖਕ SD ਕਾਲਜ ਦੇ ਪ੍ਰਿੰਸੀਪਲ ਨੂੰ ਮਿਲਿਆ। 4 ਪੀਰੀਅਡਾਂ ਦੇ 80 ਰੁਪਏ ਤੈਅ ਹੋਏ। ਇੱਕ ਪੀਰੀਅਡ ਉਸ ਕੁੜੀ ਨਾਲ ਲੱਗਦਾ ਸੀ। ਉਸਦਾ ਮਨ ਉੱਥੇ ਨਾ ਟਿਕਿਆ ਤੇ ਉਹ ਕਾਲਜ ਨੂੰ ਛੱਡ ਗਈ, ਪਰ ਲੇਖਕ ਨੂੰ 3 ਪੀਰੀਅਡਾਂ ਦੇ 80 ਰੁਪਏ ਹੀ ਮਿਲਦੇ ਰਹੇ। 2 ਦਿਨ ਲੰਘੇ ਤਾਂ ਉੱਥੋਂ ਦੇ ਇੱਕ ਅਧਿਆਪਕ ਦੇ ਰਾਹੀਂ ਲੇਖਕ ਨੂੰ FA ਦੀ ਟਿਊਸ਼ਨ ਮਿਲ ਗਈ, ਜਿਸ ਤੋਂ ਉਸਨੂੰ ਮਹੀਨੇ ਦੇ 40 ਰੁਪਏ ਮਿਲਣ ਲੱਗੇ। ਲੇਖਕ ਟਿਊਸ਼ਨ ਪੜ੍ਹਾਉਣ ਦੇ ਲਈ ਵੈਸਟ ਪਟੇਲ ਨਗਰ ਜਾਂਦਾ ਹੁੰਦਾ ਸੀ। ਰਸਤੇ ਵਿੱਚ ਸੈਂਟਰਲ ਸਿਟੀ ਕਾਲਜ ਪੈਂਦਾ ਸੀ, ਜਿੱਥੇ ਉਸਦੀ ਸਾਲੀ ਪੜ੍ਹਦੀ ਸੀ। ਇੱਕ ਦਿਨ ਉਹ ਕਾਲਜ ਅੱਗੇ ਖੜੀ ਮਿਲ ਗਈ। ਲੇਖਕ ਨੇ ਉਸਦੀ ਖੈਰ ਖੈਰੀਅਤ ਪੁੱਛੀ। ਲੇਖਕ ਦੇ ਚਲੇ ਜਾਣ ਪਿੱਛੋਂ ਉਸ ਕੋਲੋਂ ਪ੍ਰਿੰਸੀਪਲ ਨੇ ਉਸ ਲੇਖਕ ਬਾਰੇ ਪੁੱਛਿਆ। ਜਦੋਂ ਉਸਨੂੰ ਪਤਾ ਲੱਗਾ ਕਿ ਉਹ ਕਿਸੇ ਪ੍ਰਾਈਵੇਟ ਕਾਲਜ ਵਿੱਚ ਪੰਜਾਬੀ ਪੜ੍ਹਾਉਂਦਾ ਹੈ ਤਾਂ ਉਸਨੇ ਲੇਖਕ ਨੂੰ ਮਿਲਣ ਲਈ ਸੁਨੇਹਾ ਭੇਜਿਆ। ਲੇਖਕ ਗਿਆ ਤਾਂ ਉਸਨੂੰ 55 ਰੁਪਏ ਮਹੀਨਾ ਤੇ 3 ਪੀਰੀਅਡ ਮਿਲ ਗਏ। ਸੈਂਟਰਲ ਸਿਟੀ ਕਾਲਜ ਵਿੱਚ ਪੜ੍ਹਾਉਂਦਿਆਂ ਉਸਦੀ ਮੁਲਾਕਾਤ ਦੇਵਿੰਦਰ ਈਸਰ ਨਾਲ ਹੋ ਗਈ, ਜੋ ਉਸੇ ਕਾਲਜ ਵਿੱਚ ਲੇਖਕ ਵਾਂਗ ਪੜ੍ਹਾ ਰਹੇ ਸਨ। ਉਹਨਾਂ ਦੇ ਰਾਹੀਂ ਲੇਖਕ ਨੂੰ ਆਰੀਆ ਸਮਾਜ ਰੋਡ ਤੇ ਦਿੱਲੀ ਪਬਲਿਕ ਕਾਲਜ ਵਿੱਚ 95 ਰੁਪਏ ਤੇ 3 ਪੀਰੀਅਡ ਮਿਲ ਗਏ। ਇਸ ਤਰ੍ਹਾਂ ਲੇਖਕ ਦੀ ਆਮਦਨ 15-20 ਦਿਨਾਂ ਵਿੱਚ 300 ਰੁਪਏ ਹੋ ਗਈ। ਪੰਜਾਬ ਵਿੱਚ ਉਸ ਸਮੇਂ ਲੈਕਚਰਰ ਨੂੰ 150 ਰੁਪਇਆ ਮਹੀਨਾ ਤਨਖਾਹ ਮਿਲਦੀ ਸੀ। ਲੇਖਕ ਨੂੰ ਲੱਗਾ ਕਿ ਉਹ ਖੂਬ ਰੁਪਇਆ ਕਮਾ ਰਿਹਾ ਹੈ। ਫਿਰ ਲੇਖਕ ਹੋਰ ਕਈ ਕਾਲਜਾਂ ਵਿੱਚ ਪੜ੍ਹਾਉਣ ਲੱਗ ਪਿਆ ਤੇ ਉਸਦੀ ਆਮਦਨੀ 400 ਤੋਂ ਵੱਧ ਹੋ ਗਈ। ਲੇਖਕ ਨੂੰ ਲੱਗਾ ਕਿ ਜਿਵੇਂ ਉਹ ਕੁੜੀ ਉਸ ਲਈ ਸ਼ਗਨਾਂ ਭਰੀ ਸਵੇਰ ਬਣ ਕੇ ਆਈ ਹੋਵੇ। ਲੇਖਕ ਲਈ ਜ਼ਿੰਦਗੀ ਦੇ ਅਰਥ ਬਦਲਣ ਲੱਗੇ ਤੇ ਉਸਨੂੰ ਸਭ ਕੁਝ ਮਿੱਠਾ ਮਿੱਠਾ ਲੱਗਣ ਲੱਗਾ। ਉਸ ਕੁੜੀ ਨੇ 2 ਮਹੀਨੇ ਟਿਊਸ਼ਨ ਪੜ੍ਹਨੀ ਸੀ। ਲੇਖਕ ਨੇ ਉਸਨੂੰ ਬੜੀ ਰੀਝ ਨਾਲ ਪੜ੍ਹਾਇਆ ਤੇ ਫਿਰ ਉਹਨਾਂ ਦੇ ਰਾਹ ਨਿਖੜ ਗਏ। ਜੇ ਉਹ ਕਦੇ ਰਾਹ ਵਾਟੇ ਮਿਲੀ ਤਾਂ ਉਹ ਉਪਰੀ ਜਿਹੀ ਨਿਗਾਹ ਨਾਲ ਦੇਖਦੀ ਤਾਂ ਲੇਖਕ ਵੀ ਉਸਨੂੰ ਕਿਸ ਤਰ੍ਹਾਂ ਪਛਾਣਦਾ। ਲੇਖਕ ਉਸ ਨਾਲ ਕੋਈ ਗੱਲ ਕਰਨਾ ਚਾਹੁੰਦਾ ਸੀ, ਕਿਉਂਕਿ ਉਹ ਉਸਦੀ ਜ਼ਿੰਦਗੀ ਵਿੱਚ ਸ਼ਗਨਾਂ ਭਰੀ ਸਵੇਰ ਲੈ ਕੇ ਆਈ ਸੀ, ਪਰ ਉਹ ਅਹਿਸਾਸਾਂ ਤੋਂ ਕੋਰੀ ਪੱਥਰ ਦੀ ਸੋਹਣੀ ਮੂਰਤ ਸੀ। ਲੇਖਕ ਨੇ ਇਨ੍ਹਾਂ ਕਾਲਜਾਂ ਵਿੱਚ 4 ਸਾਲ 20 ਪੀਰੀਅਡ ਰੋਜ਼ ਪੜ੍ਹਾਇਆ। ਟਿਊਸ਼ਨਾਂ ਵੱਖਰੀਆਂ ਸਨ। ਉਹ 10-12 ਘੰਟੇ ਪੜ੍ਹਾਉਂਦਾ ਪਥਰਾ ਜਾਂਦਾ। ਇੱਕ ਥਾਂ ਤੋਂ ਦੂਜੀ ਥਾਂ ਪੜ੍ਹਾਉਣ ਜਾਣ ਲਈ ਉਸਨੂੰ ਸਾਈਕਲ ਤੇਜ਼ ਚਲਾਉਣੀ ਪੈਂਦੀ, ਜਿਸ ਨਾਲ ਉਸਦਾ ਸਾਹ ਫੁੱਲਣ ਲੱਗਦਾ। ਲੇਖਕ ਦੇ ਇੱਕ ਸਾਥੀ ਨੂੰ ਬਹੁਤਾ ਬੋਲਣ ਤੇ ਸਾਈਕਲ ਚਲਾਉਣ ਕਰਕੇ ਦਮੇ ਦੀ ਸ਼ਿਕਾਇਤ ਹੋ ਗਈ ਸੀ।
200 ਮੁੰਡਿਆਂ ਤੇ ਕੁੜੀਆਂ ਦੀਆਂ ਕਲਾਸਾਂ ਨੂੰ ਪੜ੍ਹਾਉਣ ਲਈ ਖੂਬ ਉੱਚੀ ਬੋਲਣਾ ਪੈਂਦਾ ਸੀ। ਇਸ ਕਰਕੇ ਫੇਫੜੇ ਤੇ ਗਲਾ ਕੀ ਕਰਦਾ। ਇੱਕ ਦਿਨ ਰਾਤ ਵੇਲੇ ਦਿੱਲੀ ਪਬਲਿਕ ਕਾਲਜ ਵਿੱਚ ਲੇਖਕ ਪੜ੍ਹਾ ਰਿਹਾ ਸੀ ਤੇ ਉਸਦੀ ਆਵਾਜ਼ ਇੱਕਦਮ ਬੰਦ ਹੋ ਗਈ। ਉਹ ਘਬਰਾ ਗਿਆ। ਕਲਾਸ ਨੂੰ ਉਸਨੇ ਇਸ਼ਾਰੇ ਨਾਲ ਸਮਝਾਇਆ ਕਿ ਉਸਦੀ ਆਵਾਜ਼ ਬੰਦ ਹੋ ਗਈ। ਸਰਦੀਆਂ ਦੀ ਰਾਤ ਹੋਣ ਕਰਕੇ 9 ਵਜੇ ਕੋਈ ਡਾਕਟਰ ਨਾ ਮਿਲਿਆ। ਉਹ ਸਾਈਕਲ ਤੇ ਘਰ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਇੱਕ ਨਾਲਾ ਟੱਪਦਿਆਂ ਉਸਨੂੰ ਜ਼ੋਰ ਦਾ ਹੁਚਕਾ ਲੱਗਾ ਤੇ ਉਸਦੀ ਆਵਾਜ਼ ਪਰਤ ਆਈ। ਪੰਜਾਬ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ ਤੇ ਇਤਿਹਾਸ ਆਦਿ ਦੇ ਵਿਸ਼ੇ ਅੰਗਰੇਜ਼ੀ ਵਿੱਚ ਪੜ੍ਹਾਏ ਜਾਂਦੇ ਸਨ, ਪਰ ਨਾਲ-ਨਾਲ ਉਹਨਾਂ ਦੀ ਪੰਜਾਬੀ ਤੇ ਹਿੰਦੀ ਦੇ ਮਾਧਿਅਮ ਵੀ ਅਪਣਾ ਲਏ ਸਨ। ਇਸ ਲਈ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਕਿਤਾਬਾਂ ਅੰਗਰੇਜ਼ੀ ਵਿੱਚੋਂ ਅਨੁਵਾਦ ਹੋਣ ਲੱਗੀਆਂ। ਲੇਖਕ ਨੇ ਕੁਝ ਕਿਤਾਬਾਂ ਅਨੁਵਾਦ ਕੀਤੀਆਂ ਤੇ ਕੁਝ BA, FA ਦੀਆਂ ਗਾਈਡਾਂ ਲਿਖੀਆਂ। ਉਹ ਕੰਮ ਪੜ੍ਹਾਉਣ ਤੋਂ ਇਲਾਵਾ ਸੀ। ਰਾਤ ਦੇ 11-12 ਵਜੇ ਤੱਕ ਉਹ ਲਿਖਦਾ ਜਾਂ ਪੜ੍ਹਾਉਂਦਾ ਰਹਿੰਦਾ। ਲੇਖਕ ਤੇ ਰੁਪਏ ਕਮਾਉਣ ਦੀ ਧੁਨ ਜਿਹੀ ਸਵਾਰ ਹੋ ਗਈ। ਉਹ ਸਾਬਿਤ ਕਰਨਾ ਚਾਹੁੰਦਾ ਸੀ ਕਿ ਉਹ ਢੇਰ ਸਾਰਾ ਰੁਪਇਆ ਕਮਾ ਸਕਦਾ ਹੈ, ਪਰ ਉਸਨੇ ਆਪਣੀ ਸਿਹਤ ਬਰਬਾਦ ਕਰ ਲਈ ਜੋ ਕਦੇ ਨਾ ਸੁਧਰੀ। ਫਿਰ ਉਸ ਵਿੱਚ ਰੱਜੇ ਪੁੱਜੇ ਹੋਣ ਤੇ ਲੱਛਣ ਪ੍ਰਗਟ ਹੋਣ ਲੱਗੇ। ਉਸਨੇ ਕਿਸ਼ਤਾਂ ਤੇ ਰਜੌਰੀ ਗਾਰਡਨ ਵਿੱਚ ਇੱਕ ਪਲਾਟ ਖਰੀਦਿਆ ਤੇ 6 ਮਹੀਨੇ ਬਾਅਦ ਇੱਕ ਹੋਰ। ਕੁਝ ਮਹੀਨਿਆਂ ਬਾਅਦ ਚੰਡੀਗੜ੍ਹ 15-20 ਸੈਕਟਰ ਵਿੱਚ ਇੱਕ ਪਲਾਟ ਖਰੀਦ ਲਿਆ ਤੇ 2-2.5 ਸਾਲਾਂ ਵਿੱਚ ਉਸਦਾ ਕਾਇਆ-ਕਲਪ ਹੋ ਗਿਆ। ਲੇਖਕ ਨੂੰ ਅਹਿਸਾਸ ਹੋ ਗਿਆ ਸੀ ਕਿ ਆਦਮੀ ਜਿੱਧਰ ਮੂੰਹ ਕਰਕੇ ਸਾਧਨਾ ਕਰੇ ਉਹ ਹੀ ਉਸਦਾ ਮੱਕਾ ਮਦੀਨਾ ਬਣ ਜਾਂਦਾ ਹੈ। ਗੱਲ ਸਿਰਫ ਇੰਨੀ ਕੁ ਸੀ ਕਿ ਉਸਨੇ ਪੈਸੇ ਕਮਾਉਣ ਦੀ ਥਾਂ ਖੋਜ ਨੂੰ ਆਪਣੇ ਮੱਕਾ ਮਦੀਨਾ ਬਣਾ ਲਿਆ ਸੀ। ਉਸਨੇ 3 ਸਾਲਾਂ ਅੰਦਰ ਕਿਸ਼ਤਾਂ ਤੇ 3 ਫਲੈਟ ਖਰੀਦ ਲਏ ਸਨ। ਲੋਕ ਸਾਹਿਤ ਦਾ ਮੋਹ ਫਿਰ ਜਾਗ ਪਿਆ। ਜਦੋਂ ਦਾ ਲੱਗਦਾ ਕੁਝ ਕੰਮ ਨਿਬੇੜਦਾ ਰਹਿੰਦਾ। ਜੇ ਵਕਤ ਨਾ ਮਿਲਦਾ ਤਾਂ ਬਿਮਾਰੀ ਦਾ ਬਹਾਨਾ ਕਰਕੇ ਘਰ ਬੈਠ ਕੇ ਲਿਖਣ ਪੜ੍ਹਨ ਵਿੱਚ ਰੁੱਝਾ ਰਹਿੰਦਾ। ਇਹਨਾਂ ਸਾਲਾਂ ਵਿੱਚ ਲੋਕ ਕਹਾਣੀ, ਜਨੌਰ ਕਹਾਣੀ, ਲੋਕ ਆਖਦੇ ਹਨ ਤੇ ਕਮਲ ਪੱਤੀਆਂ ਦੇ ਸੰਗ੍ਰਹਿ ਛਪੇ। ਲੇਖਕ ਦੇ ਅੰਦਰ ਖੋਜ ਦੀ ਮੱਠੀ ਪਈ ਹੋਈ ਭੁੱਖ ਫਿਰ ਮਚਲ ਉੱਠੀ। ਪੰਜਾਬ ਯੂਨੀਵਰਸਿਟੀ ਵਿੱਚ ਉਹ PhD ਲਈ ਰਜਿਸਟਰਡ ਸੀ। ਉਹ ਕੁਝ ਨਾ ਕੁਝ ਕੰਮ ਜ਼ਰੂਰ ਕਰਦਾ, ਪਰ ਚਾਲ ਬਹੁਤ ਹੌਲੀ ਸੀ। ਉਸਦੇ ਖੋਜ ਨਿਬੰਧ ਦੇ ਨਿਗਰਾਨ ਅੰਮ੍ਰਿਤਸਰ ਵਿੱਚ ਰਹਿੰਦੇ ਸਨ। ਉਹਨਾਂ ਨੇ ਲੇਖਕ ਨੂੰ ਅੰਮ੍ਰਿਤਸਰ ਵਿੱਚ ਬੁਲਾ ਕੇ ਕਿਹਾ, ਦੇਵਿੰਦਰ ਸਤਿਆਰਥੀ ਤੇ ਅੰਮ੍ਰਿਤਾ ਪ੍ਰੀਤਮ ਦਾ ਮੱਕੂ ਠੱਪਣਾ ਹੈ। ਥੀਸਿਸ ਵਿੱਚ ਲੋਕ ਗੀਤਾਂ ਦੀ ਇਹਨਾਂ ਨੂੰ ਕੀ ਸਾਰ? ਲੇਖਕ ਨੇ ਘਬਰਾ ਕੇ ਪੁੱਛਿਆ ਕਿ ਕੀ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ? ਜੇ ਉਹ ਇਸ ਸੰਬੰਧ ਵਿੱਚ ਲਿਖੇ ਤਾਂ ਕੀ ਲਿਖੇ? ਲੇਖਕ ਦਾ ਖਿਆਲ ਸੀ ਕਿ ਜੇ ਕਿਸੇ ਨੂੰ ਨੀਵਾਂ ਦਿਖਾਉਣਾ ਹੋਵੇ ਤਾਂ ਉਸਦੀ ਪਾਈ ਲਕੀਰ ਦੇ ਮੁਕਾਬਲੇ ਵੱਡੀ ਲਕੀਰ ਵਾਹ ਦਿਓ। ਇਸ ਤਰ੍ਹਾਂ ਉਹ ਛੋਟਾ ਦਿਸੇਗਾ। ਇਹ ਗੱਲ ਉਹ ਕਰ ਸਕਦਾ ਹੈ, ਪਰ ਕਿਸੇ ਦੇ ਬਰਖਿਲਾਫ ਜ਼ਹਿਰ ਨਹੀਂ ਉਗਲ ਸਕਦਾ। ਉਸ ਵਿਦਵਾਨ ਨੇ ਕਿਹਾ ਕਿ ਜਦ ਤੱਕ ਉਹ ਦੂਜਿਆਂ ਦੇ ਕੰਮ ਨੂੰ ਨਕਾਰੇਗਾ ਨਹੀਂ, ਉਸਦੀ ਖੋਜ ਦਾ ਉੱਕਾ ਮੁੱਲ ਨਹੀਂ ਪੈਣਾ। 6 ਮਹੀਨਿਆਂ ਮਗਰੋਂ ਉਹ ਵਿਦਵਾਨ ਕਿਸੇ ਕੰਮ ਦਿੱਲੀ ਆਇਆ ਤੇ ਆਪਣੇ ਕਿਸੇ ਅਜ਼ੀਜ਼ ਵਿਦਿਆਰਥੀ ਕੋਲ ਕਰੋਲ ਬਾਗ ਵਿਖੇ ਠਹਿਰਿਆ। ਉਹ ਲੇਖਕ ਨੂੰ ਬੜੇ ਤਪਾਕ ਨਾਲ ਮਿਲਿਆ। ਲੇਖਕ ਨੇ ਆਪਣੀ ਲੋਕ ਕਹਾਣੀਆਂ ਦੀ ਕਿਤਾਬ ਦਾ ਛਪਿਆ ਖਰੜਾ ਪੇਸ਼ ਕੀਤਾ। ਉਸਨੇ ਪ੍ਰਸ਼ੰਸਾ ਲਿਖ ਕੇ ਭੇਜੀ। ਲੇਖਕ ਦਾ ਖੋਜ ਕੰਮ ਚੱਲਦਾ ਰਿਹਾ। ਲੇਖਕ ਕੀਤੇ ਕੰਮ ਦੇ ਵੇਰਵੇ ਭੇਜਦਾ ਰਿਹਾ। ਵਰ੍ਹਾਂ ਕੁ ਮਗਰੋਂ ਲੇਖਕ ਨੂੰ ਉਹ ਵਿਦਵਾਨ ਪਹਾੜਗੰਜ ਟਾਂਗੇ ਵਿੱਚ ਬੈਠਾ ਮਿਲ ਗਿਆ। ਲੇਖਕ ਨੇ ਫਤਿਹ ਗਜਾਈ। ਉਸਨੇ ਲੇਖਕ ਨੂੰ ਪਛਾਣ ਲਿਆ। ਉਹ ਆਪਣਾ ਸਾਈਕਲ ਟਾਂਗੇ ਤੇ ਖੱਬੇ ਪਾਸੇ ਲਾ ਕੇ ਨਾਲ ਚੱਲਣ ਲੱਗਾ। ਉਸਨੇ ਲੇਖਕ ਤੋਂ ਪੁੱਛਿਆ ਕਿ ਕੰਮ ਕਿਤਨਾ ਕੁ ਕੀਤਾ ਹੈ। ਉਸਨੇ ਦੱਸਿਆ ਕਿ ਸਾਲ ਵਿੱਚ ਮੁੱਕ ਜਾਵੇਗਾ। ਉਸਦੇ ਥੀਸਿਸ ਦਾ ਵਿਸ਼ਾ ਪੰਜਾਬ ਦਾ ਲੋਕ ਸਾਹਿਤ ਸੀ। ਉਹ ਵਿਦਵਾਨ ਕਹਿਣ ਲੱਗਾ ਕਿ ਇਸ ਤੇ ਤਾਂ ਥੀਸਿਸ ਲਿਖਿਆ ਹੀ ਨਹੀਂ ਜਾ ਸਕਦਾ। ਲੇਖਕ ਘਬਰਾ ਗਿਆ ਤੇ ਕਹਿਣ ਲੱਗਾ ਕਿ ਉਸਨੇ ਹੀ ਤਾਂ ਇਸ ਵਿਸ਼ੇ ਦੀ ਮਨਜ਼ੂਰੀ ਦਿੱਤੀ ਸੀ। ਉਹ ਕਹਿਣ ਲੱਗਾ ਕਿ ਇਹ ਵਿਸ਼ਾ ਬਿਖਰ ਜਾਵੇਗਾ, ਇਸ ਦੀ ਡੂੰਘਾਈ ਨਹੀਂ ਆ ਸਕਣੀ, ਉਹ ਵਿਸ਼ਾ ਬਦਲ ਲਵੇ। ਲੇਖਕ ਨੇ ਪੁੱਛਿਆ ਕਿ ਫਿਰ ਉਹ ਕਿਹੜਾ ਵਿਸ਼ਾ ਲਵੇ। ਉਸਨੇ ਕਿਹਾ ਕਿ ਉਹ ਕਿਸੇ ਦੇ ਪਿਓ ਦਾ ਨੌਕਰ ਨਹੀਂ ਜੋ ਵਾਰ-ਵਾਰ ਦੱਸਦਾ ਫਿਰੇ। ਇਹ ਆਵਾਜ਼ ਚਾਬਕ ਵਾਂਗ ਲੇਖਕ ਦੇ ਨੰਗੇ ਪਿੰਡੇ ਤੇ ਵੱਜੀ, ਪਰ ਮਤਲਬ ਵੇਲੇ ਗਧੇ ਦੀ ਵੀ ਦੁਲੱਤੀ ਸਹਿਣੀ ਪੈਂਦੀ ਹੈ। ਉਸਦਾ ਭਵਿੱਖ ਉਸਦੀ ਮੁੱਠੀ ਵਿੱਚ ਸੀ। ਜਦੋਂ ਟਾਂਗਾ ਕਰੋਲ ਬਾਗ ਜਾ ਕੇ ਰੁਕਿਆ ਤਾਂ ਲੇਖਕ ਨੇ ਸਾਈਕਲ ਤੋਂ ਉਤਰ ਕੇ
ਗੋਡੀ ਹੱਥ ਲਾਉਂਦਿਆਂ ਹੌਸਲਾ ਕਰਕੇ ਪੁੱਛਿਆ ਕਿ ਉਹ ਅੱਗੋਂ ਕੀ ਕਰੇ। ਪਰ ਫਿਰ ਉਹੀ ਕੁਰੱਖਤ ਆਵਾਜ਼ ਚਾਬਕ ਵਾਂਗ ਹਵਾ ਵਿੱਚ ਲਹਿਰਾਈ ਕਿ ਜੇ ਕੋਈ ਉਸ ਤੋਂ ਵਾਰ-ਵਾਰ ਪੁੱਛੇ ਤਾਂ ਉਹ ਜੁੱਤੀਆਂ ਵੀ ਮਾਰਨ ਲੱਗ ਪੈਂਦਾ ਹੈ। ਲੇਖਕ ਆਪਣੀ ਇੱਜ਼ਤ ਨੂੰ ਬਚਾਉਂਦਾ ਹੋਇਆ ਤ੍ਰਬਕ ਕੇ ਪਿੱਛੇ ਹਟ ਗਿਆ ਤੇ ਉੱਥੋਂ ਦਮ ਦਬਾ ਕੇ ਚਲਾ ਗਿਆ। ਉਸ ਸ਼ਾਮ ਉਸਦਾ ਮਨ ਉਖੜਿਆ ਰਿਹਾ। ਉਹ ਉਸ ਦਿਨ ਪੜ੍ਹਾ ਨਾ ਸਕਿਆ। ਕੁਝ ਮਨਹੂਸ ਸ਼ਬਦ ਉਸਦੇ ਕੰਨਾਂ ਵਿੱਚ ਗੂੰਜਦੇ ਰਹੇ ਤੇ ਉਸਨੇ PhD ਨਾ ਕਰਨ ਦਾ ਫੈਸਲਾ ਕਰ ਲਿਆ। ਵਿਦਵਾਨ ਵੱਲੋਂ ਆਈਆਂ ਚਿੱਠੀਆਂ ਪਾੜ ਦਿੱਤੀਆਂ ਤੇ ਫਾਈਲਾਂ ਬੰਨ੍ਹ ਕੇ ਟਰੰਕ ਵਿੱਚ ਰੱਖ ਦਿੱਤੀਆਂ। ਫਿਰ ਕਦੇ ਜਦੋਂ ਉਸ ਵਿਦਵਾਨ ਨਾਲ ਉਸਦਾ ਸਾਹਮਣਾ ਹੋਇਆ ਤਾਂ ਦੋਹਾਂ ਨੇ ਇੱਕ ਦੂਜੇ ਨੂੰ ਪਛਾਣਨ ਤੋਂ ਨਾ ਕਰ ਦਿੱਤੀ। ਜ਼ਿੰਦਗੀ ਹਰ ਕਦਮ ਤੇ ਬੇਵਫਾਈ ਕਰਨ ਲੱਗੀ ਤੇ ਹੌਸਲੇ ਟੁੱਟਣ ਲੱਗੇ। ਇੱਕ ਦਿਨ ਜਦ ਉਹ ਦਿੱਲੀ ਪਬਲਿਕ ਕਾਲਜ ਦੇ ਪ੍ਰਿੰਸੀਪਲ ਮਨਚੰਦਾ ਸਾਹਿਬ ਕੋਲ ਬੈਠਾ ਗੱਪਾਂ ਮਾਰ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਉਸਦਾ ਹੁਣ ਉਹਨਾਂ ਨੂੰ ਛੱਡ ਦੇਣ ਵਿੱਚ ਹੀ ਭਲਾ ਹੈ। ਲੇਖਕ ਘਬਰਾ ਗਿਆ ਕਿ ਉਸ ਤੋਂ ਕੀ ਗਲਤੀ ਹੋ ਗਈ ਹੈ। ਉਹ ਤਾਂ ਬੜੀ ਸੁਹਿਰਦਤਾ ਨਾਲ ਪੜ੍ਹਾਉਂਦਾ ਰਿਹਾ ਹੈ, ਕਦੇ ਕਿਸੇ ਵਿਦਿਆਰਥਣ ਨੇ ਸ਼ਿਕਾਇਤ ਨਹੀਂ ਕੀਤੀ। ਮਨਚੰਦਾ ਸਾਹਿਬ ਲੇਖਕ ਦੇ ਚਿਹਰੇ ਦੀ ਘਬਰਾਹਟ ਨੂੰ ਭਾਂਪ ਗਏ ਤੇ ਕਹਿਣ ਲੱਗੇ ਕਿ ਉਹ ਗਲਤ ਨਾ ਸਮਝੇ। ਜੇ ਉਹ ਤਰੱਕੀ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਉਹਨਾਂ ਨੂੰ ਛੱਡ ਦੇਣਾ ਹੀ ਠੀਕ ਹੈ, ਕਿਉਂਕਿ ਉਸਨੂੰ ਵਗਦੇ ਦਰਿਆ ਦੀ ਲੋੜ ਹੈ ਜੋ ਉਸਨੂੰ ਸਮੁੰਦਰ ਵੱਲ ਲੈ ਜਾਵੇ। ਫਿਰ ਉਹਨਾਂ ਕਿਹਾ ਕਿ ਉਹ ਜਦ ਤੱਕ ਚਾਹਵੇ ਉਹਨਾਂ ਕੋਲ ਕੰਮ ਕਰ ਸਕਦਾ ਹੈ। ਇਹ ਉਹਨਾਂ ਵਾਸਤੇ ਮਾਣ ਦੀ ਗੱਲ ਹੈ, ਪਰ ਉਸਦੇ ਵਾਸਤੇ ਨਹੀਂ, ਜਾਣੀ ਕਿ ਲੇਖਕ ਦੇ ਲਈ ਨਹੀਂ। ਲੇਖਕ ਦੇ ਦਿਲ ਨੂੰ ਹੌਸਲਾ ਹੋ ਗਿਆ, ਪਰ ਉਹ ਉਦਾਸ ਹੋ ਗਿਆ। ਇਹ ਕਾਲਜ ਵਿੱਦਿਆ ਵੇਚਣ ਵਾਲੀਆਂ ਦੁਕਾਨਾਂ ਸਨ। ਇਹ ਦੁਕਾਨਾਂ ਕਦੇ ਲੇਖਕ ਦਾ ਸੁਪਨਾ ਨਹੀਂ ਸੀ ਬਣੀਆਂ। ਹਮੇਸ਼ਾ ਹਨੇਰਾ ਨਹੀਂ ਰਹਿੰਦਾ ਹੈ। ਲੇਖਕ ਨੂੰ ਚਾਨਣ ਦੀ ਕਿਰਨ ਉਸ ਵੇਲੇ ਦਿਖਾਈ ਦਿੱਤੀ ਜਦੋਂ ਪੰਜਾਬ ਯੂਨੀਵਰਸਿਟੀ ਨੇ MA ਦੀ ਡਿਵੀਜ਼ਨ ਸੁਧਾਰਨ ਦੀ ਮਨਜ਼ੂਰੀ ਦੇ ਦਿੱਤੀ। 3 ਮਹੀਨੇ ਰਹਿੰਦੇ ਸਨ। ਲੇਖਕ ਨੇ ਫਾਰਮ ਭਰ ਕੇ ਭੇਜ ਦਿੱਤਾ। ਲੇਖਕ ਦੇ ਇੱਕ ਦੋਸਤ ਨੇ ਕਿਹਾ ਕਿ ਉਸਨੂੰ ਕਾਹਲੀ ਨਹੀਂ ਕਰਨੀ ਚਾਹੀਦੀ ਤੇ ਤਿਆਰੀ ਕਰਕੇ ਇਮਤਿਹਾਨ ਵਿੱਚ ਬੈਠਣਾ ਚਾਹੀਦਾ ਹੈ। ਲੇਖਕ ਇਮਤਿਹਾਨ ਵਿੱਚ ਨਾ ਬੈਠਾ, ਦੁਬਾਰਾ ਖੂਬ ਮਿਹਨਤ ਕਰਕੇ ਦਾਖਲਾ ਭੇਜਿਆ ਤੇ ਸਭ ਤੋਂ ਵੱਧ ਨੰਬਰ ਲਏ। ਲੇਖਕ ਨੂੰ ਚਾਅ ਚੜ੍ਹ ਗਿਆ। ਉਸਨੂੰ ਚਿਰਾਂ ਦੇ ਸੁਪਨੇ ਸਾਕਾਰ ਹੁੰਦੇ ਦਿਸੇ। ਉਹ ਦੋਸਤਾਂ ਮਿੱਤਰਾਂ ਨੂੰ ਖਬਰ ਕਰਨ ਲਈ ਖਾਲਸਾ ਕਾਲਜ ਗਿਆ। ਰਸਤੇ ਵਿੱਚ ਉਸ ਕੋਲੋਂ ਬਲਵੰਤ ਸਿੰਘ ਲੰਘਿਆ ਜੋ ਕੈਂਪ ਕਾਲਜ ਵਿੱਚ ਪੜ੍ਹਾਉਂਦਾ ਸੀ ਤੇ ਉਸਦਾ ਮਿੱਤਰ ਸੀ। ਉਸਨੂੰ ਆਵਾਜ਼ ਦੇ ਕੇ ਦੱਸਿਆ ਕਿ MA ਦਾ ਨਤੀਜਾ ਆ ਗਿਆ ਹੈ ਤੇ ਉਸਦੇ ਸਭ ਤੋਂ ਵੱਧ ਨੰਬਰ ਆਏ ਹਨ। ਉਸਨੇ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਤੇ ਚਲਾ ਗਿਆ। ਜਦੋਂ ਲੇਖਕ ਦੁਪਹਿਰੇ ਖਾਣਾ ਖਾਣ ਲਈ ਘਰ ਆਇਆ ਤਾਂ ਉਸਦੀ ਪਤਨੀ ਨੇ ਉਸਨੂੰ ਬਲਵੰਤ ਸਿੰਘ ਦੀ ਭੇਜੀ ਚਿੱਠੀ ਦਿੱਤੀ ਜੋ ਕੈਂਪ ਕਾਲਜ ਦਾ ਚਪੜਾਸੀ ਦੇ ਗਿਆ ਸੀ। ਇਸ ਵਿੱਚ ਲਿਖਿਆ ਸੀ ਕਿ ਉਹ ਸ਼ਾਮੀ ਕੈਂਪ ਕਾਲਜ ਦੇ ਸੁਪਰਡੈਂਟ ਸਰਦਾਰ ਇਕਬਾਲ ਸਿੰਘ ਨੂੰ ਮਿਲੇ। ਲੇਖਕ ਇਕਬਾਲ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਜਦੋਂ ਉਹ ਉਸਨੂੰ ਮਿਲਿਆ ਤਾਂ ਉਸਨੇ ਕਿਹਾ ਕਿ ਕੀ ਉਹ ਕੈਂਪ ਕਾਲਜ ਵਿੱਚ MA ਫਾਈਨਲ ਦੀ ਕਲਾਸ ਨੂੰ ਪੜ੍ਹਾਉਣਾ ਚਾਹੁੰਦਾ ਹੈ। ਲੇਖਕ ਨੇ ਹਾਂ ਤਾਂ ਕਰ ਦਿੱਤੀ, ਪਰ ਉਸਦਾ ਦਿਲ ਦਹਿਲ ਗਿਆ। ਉਸਨੇ ਲੇਖਕ ਦੇ ਅੱਗੇ ਸਿਲੇਬਸ ਰੱਖਦੇ ਹੋਏ ਪੁੱਛਿਆ ਕਿ ਉਹ ਕਿਹੜਾ ਪਰਚਾ ਪੜ੍ਹਾਵੇਗਾ। ਉਸਨੇ ਕਿਹਾ ਕਿ ਉਹ ਗੁਰਬਾਣੀ ਪੜ੍ਹਾਵੇਗਾ। ਇਕਬਾਲ ਸਿੰਘ ਨੇ ਕਿਹਾ ਕਿ ਉਹ ਇੱਕ ਹੋਰ ਪਰਚਾ ਚੁਣ ਲਵੇ, ਉਹ ਉਸਨੂੰ ਰੈਗੂਲਰ ਰੱਖ ਲੈਣਗੇ। ਲੇਖਕ ਨੇ ਦੂਜਾ ਪਰਚਾ ਸਾਹਿਤ ਦੇ ਸਿਧਾਂਤ ਚੁਣ ਲਿਆ ਤੇ ਉਸਨੂੰ 200 ਮਹੀਨਾ ਤਨਖਾਹ ਤੇ ਪਾਰਟ ਟਾਈਮ ਲੈਕਚਰਰ ਰੱਖ ਲਿਆ। ਲੇਖਕ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੰਨੀ ਛੇਤੀ ਉਸਨੂੰ ਯੂਨੀਵਰਸਿਟੀ ਦੇ ਕਾਲਜ ਵਿੱਚ MA ਨੂੰ ਪੜ੍ਹਾਉਣ ਦੀ ਨੌਕਰੀ ਮਿਲ ਜਾਵੇਗੀ। ਲੇਖਕ ਦਾ ਕੈਂਪ ਕਾਲਜ ਵਿੱਚ ਪੜ੍ਹਾਉਣ ਦਾ ਸੁਪਨਾ ਬਹੁਤ ਦੇਰ ਤੋਂ ਸੀ। 1.5-2 ਸਾਲ ਪਹਿਲਾਂ ਉਹ ਇੱਕ ਲੈਕਚਰਰ ਦੀ ਖਾਲੀ ਅਸਾਮੀ ਵਾਸਤੇ ਹਫ਼ਤਾ ਤੱਕ ਪੜ੍ਹਾਉਂਦਾ ਰਿਹਾ ਸੀ, ਪਰ ਉਸਦੀ 3rd ਡਿਵੀਜ਼ਨ ਹੋਣ ਕਰਕੇ ਛੁੱਟੀ ਕਰ ਦਿੱਤੀ ਗਈ ਸੀ। ਉਸਨੂੰ ਆਪਣੇ ਆਪ ਵਿੱਚ ਗਿਲਾਨੀ ਮਹਿਸੂਸ ਹੋਈ ਸੀ। ਅੱਜ ਉਸਦਾ ਸਿਰ ਉੱਚਾ ਹੋ ਗਿਆ ਸੀ। ਲੇਖਕ ਨੂੰ ਹਫ਼ਤਾ ਤੱਕ ਪੜ੍ਹਾਉਂਦਿਆਂ ਹੋ ਗਿਆ ਸੀ। ਉਹ MA ਦੀ ਕਲਾਸ ਵਿੱਚ ਪੜ੍ਹਾ ਰਿਹਾ ਸੀ। ਦਿਆਲ ਸਿੰਘ ਕਾਲਜ ਦੇ ਚਪੜਾਸੀ ਨੇ ਦੱਸਿਆ ਕਿ ਉਹਨਾਂ ਦੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਉਹਨਾਂ ਨੂੰ ਮਿਲਣਾ ਚਾਹੁੰਦੇ ਸਨ। ਇੱਕੋ ਬਿਲਡਿੰਗ ਵਿੱਚ ਦਿੱਲੀ ਯੂਨੀਵਰਸਿਟੀ ਦੇ 2 ਕਾਲਜ, ਕੈਂਪ ਕਾਲਜ ਤੇ ਦਿਆਲ ਸਿੰਘ ਕਾਲਜ ਸਨ। ਦਿਆਲ ਸਿੰਘ ਕਾਲਜ ਦੀ ਸ਼ਾਖਾ ਹਾਰਡਿੰਗ ਬ੍ਰਿਜ ਦੇ ਨੇੜੇ ਦਿਆਲ ਸਿੰਘ ਲਾਇਬ੍ਰੇਰੀ ਵਿੱਚ ਸੀ। ਲੇਖਕ ਜਦ ਕਲਾਸ ਪੜ੍ਹਾ ਕੇ ਦਿਆਲ ਸਿੰਘ ਕਾਲਜ ਦੇ ਪ੍ਰਿੰਸੀਪਲ ਨੂੰ ਮਿਲਣ ਗਿਆ ਤਾਂ ਉਹਨਾਂ ਨੇ ਪੁੱਛਿਆ ਕਿ ਕੀ ਉਹ ਦਿਆਲ ਸਿੰਘ ਕਾਲਜ ਵਿੱਚ ਪੜ੍ਹਾਵੇਗਾ। ਉਹਨਾਂ ਦੱਸਿਆ ਕਿ ਅੱਜ ਜੇ ਪਾਰਟ ਟਾਈਮ ਨੌਕਰੀ ਹੈ, ਪਰ ਬਾਅਦ ਵਿੱਚ ਫੁੱਲ ਟਾਈਮ ਤੇ ਪਰਮਾਨੈਂਟ ਹੋ ਜਾਵੇਗੀ।
150 ਮਹੀਨਾ ਮਿਲੇਗਾ ਤੇ ਇੱਕ ਪੀਰੀਅਡ ਰੋਜ਼ ਪੜਾਉਣਾ ਹੈ। ਲੇਖਕ ਨੇ ਇਹ ਨੌਕਰੀ ਮਨਜ਼ੂਰ ਕਰ ਲਈ ਤੇ ਦੱਸਿਆ ਕਿ ਕੈਂਪ ਕਾਲਜ ਵਿੱਚ ਵੀ ਪਾਰਟ ਟਾਈਮ ਹੀ ਪੜਾਉਂਦਾ ਹੈ। ਲੇਖਕ ਧੰਨਵਾਦ ਕਰਕੇ ਅਗਲੇ ਦਿਨ ਸਵੇਰੇ ਬੜੇ ਚਾਅ ਨਾਲ ਦਿਆਲ ਸਿੰਘ ਕਾਲਜ ਹਾਰਡਿੰਗ ਬ੍ਰਿਜ ਗਿਆ। ਉਸਦਾ ਇੱਕ ਹੋਰ ਸੁਪਨਾ ਸੱਚ ਹੋ ਗਿਆ ਤੇ ਮੰਜ਼ਿਲ ਸਾਹਮਣੇ ਦਿਸਣ ਲੱਗੀ। ਲੇਖਕ ਦਾ ਹੁਣ ਸੁਪਨਾ ਮਕਾਨ ਬਣਾਉਣ ਦਾ ਸੀ। ਉਹ ਮਕਾਨ ਦਾ ਨਕਸ਼ਾ ਬਣਵਾ ਕੇ ਤੇ ਸਰਕਾਰ ਤੋਂ ਕਰਜ਼ਾ ਲੈ ਕੇ ਰਾਜੌਰੀ ਗਾਰਡਨ ਵਿੱਚ ਮਕਾਨ ਬਣਾਉਣ ਲੱਗਾ। ਰਾਜੌਰੀ ਗਾਰਡਨ ਵਾਲਾ ਦੂਜਾ ਪਲਾਟ ਉਸਨੇ ਆਪਣੇ ਭਰਾ ਤੋਂ ਪੈਸੇ ਲੈ ਕੇ ਉਸਨੂੰ ਦੇ ਦਿੱਤਾ। ਪੂਰੇ 12 ਸਾਲ ਮਗਰੋਂ ਉਸਨੂੰ ਸੁਪਨਿਆਂ ਦੀ ਨੌਕਰੀ ਮਿਲੀ ਤੇ ਰਹਿਣ ਲਈ ਘਰ। ਹੁਣ ਉਸਦੇ ਸਾਹਮਣੇ PhD ਦਾ ਨਿਸ਼ਾਨਾ ਸੀ। ਉਸਨੇ ਦਿੱਲੀ ਯੂਨੀਵਰਸਿਟੀ ਵਿੱਚ ਰਜਿਸਟ੍ਰੇਸ਼ਨ ਕਰਵਾ ਲਈ।